ਹੈਲੋ ਪ੍ਰੇਜ਼ ਲਾਰਡ ਸ਼ਾਲੋਮ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇਵੇ। ਇੱਕ ਵਾਰ ਫਿਰ ਅਸੀਂ ਪਰਮ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਜਿਸ ਨੇ ਮੌਕਾ ਦਿੱਤਾ ਹੈ ਕਿ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਲੈ ਕੇ ਤੁਹਾਡੇ ਸਾਹਮਣੇ ਆ ਸਕੀਏ। ਸੱਚਮੁੱਚ ਪਰਮੇਸ਼ਰ ਮਹਿਮਾ ਔਰ ਆਦਰ ਦੀ ਯੋਗ ਹੈ ਔਰ ਸਾਰੀ ਵਡਿਆਈ ਪਰਮੇਸ਼ਰ ਨੂੰ ਮਿਲੇ। ਔਰ ਇਸ ਵਕਤ ਅਸੀਂ ਬਹੁਤ ਹੀ ਖਾਸ ਵਿਸ਼ੇ 'ਤੇ ਇੱਕ ਵਾਰ ਫਿਰ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ ਔਰ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਸਿੱਖੀਏ। ਜਦੋਂ ਪਹਿਲੇ ਸਮੇਂ ਦੀ ਕਲੀਸਿਆ, ਜੋ ਕਿ ਅਸੀਂ ਜਿਸ ਨੂੰ ਮੁੱਢਲੀ ਕਲੀਸਿਆ ਆਖਦੇ ਹਾਂ, ਉਸ ਕਲੀਸਿਆ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਔਰ ਲਗਾਤਾਰ ਉਹਨਾਂ ਨਾਲ ਪਰਮੇਸ਼ਵਰ ਦੇ ਅਜੀਬ ਤੇ ਅਚੰਭੇ ਕੰਮ ਹੁੰਦੇ ਸਨ। ਔਰ ਜਦੋਂ ਅੱਜ ਅਸੀਂ ਇਸ ਮਾਹੌਲ ਨੂੰ ਵੇਖਦੇ ਹਾਂ ਜੋ ਸੰਸਾਰ ਦੇ ਵਿੱਚ ਇਸ ਵਕਤ ਹੈ, ਤਾਂ ਸਾਡੇ ਸਾਹਮਣੇ ਉਹ ਤਸਵੀਰ ਆਉਂਦੀ ਹੈ ਕਿ ਪਹਿਲੀ ਕਲੀਸਿਆ ਦੇ ਸਮੇਂ ਦੇ ਲੋਕ ਵੀ ਬੜੇ ਦੁੱਖਾਂ ਦੇ ਵਿੱਚ, ਬੜੀਆਂ ਪਰੇਸ਼ਾਨੀਆਂ ਦੇ ਵਿੱਚ ਰਹਿ ਕੇ ਪਰਮੇਸ਼ਵਰ ਦੇ ਕੰਮਾਂ ਨੂੰ ਪੂਰਾ ਕਰਦੇ ਸਨ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਜੋ ਰੋਮ ਸਰਕਾਰ ਦੀ ਬਹੁਤ ਵੱਡੀ ਉਹਨਾਂ ਦੇ ਉੱਤੇ ਪਾਬੰਦੀ ਸੀ ਔਰ ਫਿਰ ਵੀ ਉਹ ਲੋਕ ਇਕੱਠਾ ਹੋਣਾ ਨਹੀਂ ਸੀ ਛੱਡਦੇ। ਲੋਕ ਕੇ ਇਕੱਠੇ ਹੁੰਦੇ ਸੀਗੇ ਔਰ ਪਰਮੇਸ਼ਰ ਦੀ ਮਹਿਮਾ ਕਰਦੇ ਸੀ, ਰੋਟੀ ਤੋੜਦੇ ਸੀ, ਸੰਗਤ ਕਰਦੇ ਸੀ, ਪ੍ਰਾਰਥਨਾ ਕਰਦੇ ਸੀ। ਜਿਵੇਂ ਕਿ ਬਾਈਬਲ ਦੱਸਦੀ ਹੈ ਕਿ ਜਿਹੜੇ ਉद्धार ਪਾ ਰਹੇ ਸੀ, ਪਰਮੇਸ਼ਰ ਦਾ ਆਤਮਾ, ਪਵਿੱਤਰ ਆਤਮਾ ਉਹਨਾਂ ਨੂੰ ਲਗਾਤਾਰ ਕਲੀਸਿਆ ਵਿੱਚ ਜੋੜਦਾ ਜਾ ਰਿਹਾ ਸੀਗਾ। ਪਰ ਉਹ ਲੋਕ ਪਰਮੇਸ਼ਰ ਦੀ ਮਹਿਮਾ ਕਰਨ ਤੋਂ ਰੁਕੇ ਨਹੀਂ। ਕਈ ਵਾਰ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਉਹਨਾਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸਨ। ਪਾਲੂਸ ਦੇ ਬਾਰੇ, ਪ੍ਰਭੂ ਦੇ ਸਾਰੇ ਰਸੂਲਾਂ ਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਕਈ ਵਾਰ ਜਦੋਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਮੁਸੀਬਤ ਆਈ, ਪਰੇਸ਼ਾਨੀ ਆਈ ਔਰ ਕਈ ਵਾਰ ਤਾਂ ਉਹਨਾਂ ਨੂੰ ਘਰ ਤੋਂ ਬੈਕ ਸਾਈਡ ਤੋਂ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਨੂੰ ਟੋਕਰੇ ਦੇ ਵਿੱਚ ਪਾ ਕੇ ਵੀ ਉਤਾਰਿਆ ਗਿਆ। ਤਾਂ ਕਈ ਚੀਜ਼ਾਂ ਸਨ ਜਿਨ੍ਹਾਂ ਨੂੰ ਅਸੀਂ ਇਸ ਵਕਤ ਐਕਸਪਲੇਨ ਨਹੀਂ ਕਰ ਸਕਦੇ। ਲੇਕਿਨ ਇੱਕ ਚੀਜ਼ ਜਿਹੜੀ ਬਹੁਤ ਹੀ ਖਾਸ ਹੈ ਉਹ ਇਹ ਹੈ ਕਿ ਉਹ ਲੋਕ ਪਰਮੇਸ਼ਵਰ ਤੋਂ ਡਰਦੇ, ਉਹਦੀ ਮਰਜ਼ੀ ਨੂੰ ਪੂਰਾ ਕਰਨ ਵਾਲੇ ਪਰਮੇਸ਼ਵਰ ਦੇ ਲੋਕ ਸਨ। ਪਰਮੇਸ਼ਵਰ ਦੇ ਕੰਮਾਂ ਲਈ ਦੁੱਖ ਉਠਾਉਣ ਵਾਲੇ ਲੋਕ ਸਨ। ਪਰਮੇਸ਼ਵਰ ਦੇ ਕੰਮਾਂ ਦੀ ਪਰਵਾਹ ਕਰਨ ਵਾਲੇ ਸਨ। ਉਹਨਾਂ ਨੂੰ ਪਤਾ ਸੀ ਕਿ ਸਾਡੇ ਲਈ ਸਭ ਤੋਂ ਵੱਡੀ ਆਗਿਆ ਪ੍ਰਭੂ ਯਿਸੂ ਮਸੀਹ ਦੀ ਦਾ ਗ੍ਰੇਟ ਕਮਿਸ਼ਨ, ਜਿਹਦਾ ਅਸੀਂ ਪ੍ਰਮੁੱਖ ਆਗਿਆ ਕਹਿੰਦੇ ਹਾਂ ਕਿ ਜਾਓ ਤੇ ਜਾ ਕੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰੋ। ਸੋ ਪ੍ਰਭੂ ਦਾ ਵਚਨ ਦੱਸਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਕੰਮ ਨੂੰ ਬਹੁਤ ਕਠਿਨਾਈਆਂ ਦੇ ਮਾਹੌਲ ਦੇ ਵਿੱਚ ਵੀ, ਜਿਵੇਂ ਕਿ ਅੱਜ ਦੇ ਸਮੇਂ 'ਚ ਕਠਿਨਾਈਆਂ ਨੇ, ਇਸ ਤੋਂ ਵੀ ਵੱਧ ਕਠਿਨਾਈਆਂ ਉਸ ਸਮੇਂ ਸਨ ਔਰ ਉਹਨਾਂ ਨੂੰ ਪਰਮੇਸ਼ਰ ਦੇ ਕੰਮ ਕਰਨ ਦੇ ਲਈ ਫਿਰ ਵੀ ਕੋਈ ਚੀਜ਼ ਰੋਕ ਨਾ ਸਕੀ। ਮੈਂ ਧੰਨਵਾਦ ਕਰਦਾ ਉਹਨਾਂ ਸਾਰੇ ਸੰਤਾਂ ਪ੍ਰੇਮੀਆਂ ਦੇ ਲਈ ਜਿਨ੍ਹਾਂ ਨੇ ਉਸ ਵਕਤ ਪਰਮੇਸ਼ਰ ਦੇ ਕੰਮਾਂ ਲਈ ਦੁੱਖ ਭੋਗਿਆ ਤੇ ਸਾਰੇ ਸੰਸਾਰ ਦੇ ਲਈ ਇੱਕ ਬਰਕਤ ਦਾ ਕਾਰਨ ਬਣ ਗਏ। ਔਰ ਅੱਜ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਦੇ ਸਮੇਂ ਵਿੱਚ ਵੀ ਪਰਮੇਸ਼ਵਰ ਤੁਹਾਨੂੰ ਜੋ ਵਚਨ ਸੁਣ ਰਹੇ ਹੋ, ਇਸ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣਾਉਣਾ ਚਾਹੁੰਦਾ ਹੈ। ਬਰਕਤ ਦਾ ਕਾਰਨ ਅਸੀਂ ਕਿਵੇਂ ਬਣ ਸਕਦੇ ਹਾਂ? ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਰੋਮਨ ਚੈਪਟਰ 8 ਔਰ ਉਸ ਦਾ 16 ਤੇ 17 ਵਚਨ, 8 ਦਾ 16 ਤੇ 17 ਵਚਨ ਨੂੰ ਪੜ੍ਹਦੇ ਹਾਂ ਤਾਂ ਲਿਖਿਆ ਹੈ, ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ, ਭਾਈ ਅਸੀਂ ਪਰਮੇਸ਼ਰ ਦੇ ਬਾਲਕ ਹਾਂ। ਪਹਿਲੀ ਗੱਲ, ਜਦੋਂ ਪਰਮੇਸ਼ਰ ਦੇ ਅਸੀਂ ਵਚਨ 16 ਨੂੰ ਵੇਖਦੇ ਹਾਂ ਤਾਂ ਇਹ ਲਿਖਿਆ ਹੈ ਕਿ ਪਰਮੇਸ਼ਰ ਦਾ ਆਤਮਾ ਖੁਦ ਸਾਡੇ ਆਤਮਾ ਦੇ ਨਾਲ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ। ਆਪਾਂ ਕਿਸ ਦੀ ਸੰਤਾਨ ਹਾਂ? ਪਰਮੇਸ਼ਵਰ ਦੀ ਸੰਤਾਨ ਹਾਂ। ਯਾਦ ਰੱਖਣਾ ਇਸ ਗੱਲ ਨੂੰ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ, ਪਰ ਇਹ ਸੰਭਵ ਨਹੀਂ ਸੀ। ਯਿਸੂ ਮਸੀਹ ਦੇ ਦੁਆਰਾ ਇਹ ਸੰਭਵ ਹੋਇਆ। ਯਿਸੂ ਸਾਡੇ ਲਈ ਆਏ। ਯਿਸੂ ਨੇ ਸਾਡੇ ਲਈ ਆਪਣੇ ਸਰੀਰ ਦੇ ਉੱਤੇ ਦੁੱਖ ਭੋਗ ਕੇ ਉਹਨੇ ਸਾਡੇ ਲਈ ਸਾਡੇ ਸਥਾਨ ਤੇ ਉਹਨੇ ਸਾਰਾ ਦੁੱਖ ਔਰ ਸਾਡੇ ਪਾਪ ਸ਼ਰਾਪ ਉਸਨੇ ਆਪਣੇ ਤੇ ਲੈ ਕੇ ਸਾਨੂੰ ਆਜ਼ਾਦ ਕਰਕੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ ਹੈ। ਔਰ ਸੋ ਲਿਖਿਆ, ਜੇ ਅਸੀਂ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਰ ਦੇ ਅਧਿਕਾਰੀ ਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ। 17 ਆਇਤ ਦੇ ਵਿੱਚ ਲਿਖਿਆ ਕਿ ਅਸੀਂ ਕੀ ਹੈਗੇ ਹਾਂ? ਅਧਿਕਾਰੀ ਹਾਂ। ਜੋ ਅਧਿਕਾਰੀ ਕਰ ਸਕਦਾ ਹੈ ਉਹ ਨੌਕਰ ਨਹੀਂ ਕਰ ਸਕਦਾ। ਅਧਿਕਾਰ ਕਰਨ ਵਾਲਾ, ਅਧਿਕਾਰ ਰੱਖਣ ਵਾਲਾ, ਜਿਵੇਂ ਇੱਕ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਅਧਿਕਾਰ ਹੁੰਦਾ ਹੈ, ਉਹ ਕਿਸੇ ਵੀ ਚੀਜ਼ ਨੂੰ ਛੇੜਦੇ ਨੇ, ਕੁਝ ਵੀ ਚੀਜ਼ ਜਿਹਨੂੰ ਉਹਨਾਂ ਨੂੰ ਚਾਹੀਦਾ ਯੂਜ਼ ਕਰਦੇ ਨੇ, ਪਰ ਕੋਈ ਬਾਹਰੋਂ ਆ ਕੇ ਕੋਈ ਉਸ ਚੀਜ਼ ਨੂੰ ਛੇੜ ਨਹੀਂ ਸਕਦਾ। ਕੋਈ ਬਾਹਰਲਾ ਕੋਈ ਆ ਕੇ ਕੋਈ ਮੰਗਤਾ ਉਸ ਚੀਜ਼ ਨੂੰ ਨਹੀਂ ਛੇੜ ਸਕਦਾ, ਕਿਉਂਕਿ ਜੋ ਅਧਿਕਾਰ ਹੈ ਉਹ ਬਾਲਕਾਂ ਨੂੰ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਪਰਮੇਸ਼ਵਰ ਦੇ ਬਾਲਕ ਹੋ। ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ ਤਾਂ ਇਹਦਾ ਮਤਲਬ ਕਿ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਅਧਿਕਾਰੀ ਬਣਾਇਆ ਹੈ। ਔਰ ਇਸ ਲਈ ਪਰਮੇਸ਼ਰ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਮਸੀਹ ਦੇ ਨਾਲ ਸਾਂਝੇ ਅਧਿਕਾਰੀ, ਤੁਹਾਡਾ ਜੁਆਇੰਟ ਅਕਾਊਂਟ ਖੋਲ੍ਹਿਆ ਗਿਆ ਪਰਮੇਸ਼ਰ ਦੇ ਪੁੱਤਰ ਯਿਸੂ ਦੇ ਨਾਲ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਤੇ ਤੁਹਾਨੂੰ ਇਸ ਸੰਸਾਰ ਦੇ ਵਿੱਚ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਬਖਸ਼ ਦਿੱਤਾ, ਤਾਂ ਕਿ ਜਦੋਂ ਅਸੀਂ ਉਸ ਤੇ ਵਿਸ਼ਵਾਸ ਲਿਆਈਏ ਤਾਂ ਅਸੀਂ ਨਾਸ਼ ਨਾ ਹੋਈਏ, ਸਗੋਂ ਸਦਾ ਦੀ ਜ਼ਿੰਦਗੀ ਨੂੰ ਪਾਈਏ। ਔਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਉਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ
ਪਹੁੰਚਾਇਆ ਹੈ, ਬਿਠਾਇਆ ਹੈ। ਅਸੀਂ ਮਸੀਹ ਵਿੱਚ ਹੋਣ ਦੇ ਨਾਤੇ ਪਰਮੇਸ਼ਵਰ ਦੇ ਘਰ ਦੇ ਯਾਨੀ ਕਿ ਉਸ ਸੱਚੇ ਤੇ ਜਿਉਂਦੇ ਪਰਮੇਸ਼ਵਰ ਦੀ ਸੰਤਾਨ ਬਣਨ ਦੇ ਦੁਆਰਾ ਉਸ ਦੇ ਘਰ ਦੇ ਜੋ ਪਰਮੇਸ਼ਵਰ ਦੀਆਂ ਬਰਕਤਾਂ, ਜੋ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੇ, ਅਸੀਂ ਉਹਦੇ ਵਾਰਿਸ ਬਣਦੇ ਹਾਂ। ਪਰ ਕਦੋਂ ਬਣਦੇ ਹਾਂ, ਕਿਵੇਂ ਬਣਦੇ ਹਾਂ, ਇਹ ਬਹੁਤ ਸੋਚਣ ਵਾਲੀ ਗੱਲ ਹੈ, ਕਿਉਂਕਿ ਉਸ ਤੋਂ ਬਾਅਦ ਲਿਖਿਆ ਪਰ ਤਦੇ। ਹੁਣ ਸੋਚਣ ਵਾਲੀ ਗੱਲ ਹੈ, ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ ਭਾਈ, ਉਹਦੇ ਨਾਲ ਅਸੀਂ ਵਡਿਆਈ ਵੀ ਜਾਈਏ। ਇਸ ਜਗ੍ਹਾ ਤੇ ਆਪਾਂ ਦੇਖਦੇ ਹਾਂ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਕਿ ਜੇ ਅਸੀਂ ਅਧਿਕਾਰੀ ਬਣਦੇ ਹਾਂ ਤਾਂ ਉਹਦਾ ਇੱਕ ਰੀਜ਼ਨ ਹੈ, ਉਹਦਾ ਇੱਕ ਕਾਰਨ ਹੈ। ਔਰ ਉਹ ਕਾਰਨ ਹੈ ਕਿ ਜੇ ਅਸੀਂ ਪਰਮੇਸ਼ਰ ਦੇ ਕੰਮਾਂ ਦੇ ਲਈ ਯਾਨੀ ਕਿ ਜੇ ਅਸੀਂ ਉਹਦੇ ਲਈ ਦੁੱਖ ਉਹਦੇ ਨਾਲ ਝੱਲੀਏ। ਪਰਮੇਸ਼ਰ ਦੇ ਪੁੱਤਰ ਯੀਸ਼ੂ ਮਸੀਹ ਨੇ ਸਾਨੂੰ ਪਰਮੇਸ਼ਰ ਤੱਕ ਪਹੁੰਚਾਉਣ ਲਈ ਸਾਡੇ ਲਈ ਦੁੱਖ ਝੱਲਿਆ। ਉਸਨੇ ਸਾਨੂੰ ਪਾਪਾਂ ਤੋਂ ਆਜ਼ਾਦ ਕਰਨ ਲਈ ਦੁੱਖ ਝੱਲਿਆ। ਸੱਚਮੁੱਚ ਉਹ ਦੁਖੀ ਕੀਤੇ ਗਏ, ਉਹ ਕਾਇਲ ਕੀਤੇ ਗਏ। ਉਹਨਾਂ ਦੇ ਉੱਤੇ ਜੋ ਪਰਮੇਸ਼ਰ ਦਾ ਵਚਨ ਕਹਿੰਦਾ ਤਾੜਨਾ ਹੋਈ ਤੇ ਉਹਦੇ ਨਾਲ ਸਾਨੂੰ ਸ਼ਾਂਤੀ ਮਿਲੀ, ਉਹਦੇ ਮਾਰ ਖਾਣ ਤੋਂ ਅਸੀਂ ਚੰਗੇ ਹੋਏ ਔਰ ਉਸਨੇ ਦੁੱਖ ਝੱਲਿਆ। ਔਰ ਸਾਨੂੰ ਵੀ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋਣ ਦੀ ਲੋੜ ਹੈ। ਸਾਨੂੰ ਵੀ ਮਸੀਹ ਦੇ ਦੁੱਖਾਂ ਨੂੰ ਸਮਝਣ ਦੀ ਲੋੜ ਹੈ ਕਿ ਮਸੀਹ ਕਿਉਂ ਦੁਖੀ ਹੋਏ, ਮਸੀਹ ਨੇ ਕਿਉਂ ਦੁੱਖ ਉਠਾਇਆ। ਔਰ ਵੱਡੀ ਗੱਲ ਇਹ ਹੈ ਕਿ ਬਾਈਬਲ ਦੱਸਦੀ ਹੈ ਕਿ ਤੁਸੀਂ ਵੀ ਜੇ ਅੱਜ ਅਸੀਂ ਉਸ ਘਰ ਦੇ ਅਧਿਕਾਰੀ ਬਣਨਾ ਹੈ, ਜਿਵੇਂ ਮੈਂ ਪਹਿਲਾਂ ਕਿਹਾ, ਜੇ ਅਸੀਂ ਬਾਲਕਾਂ ਤਾਂ ਅਧਿਕਾਰੀ ਵੀ ਪਰਮੇਸ਼ਰ ਦੇ ਅਧਿਕਾਰੀ, ਮਸੀਹ ਨਾਲ ਸਾਂਝੇ ਅਧਿਕਾਰੀ, ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਕੋਈ ਦੁੱਖ ਨਹੀਂ ਝੱਲਣਾ ਚਾਹੁੰਦਾ, ਕੋਈ ਦੁੱਖ ਨਹੀਂ ਉਠਾਉਣਾ ਚਾਹੁੰਦਾ, ਕੋਈ ਬਦਨਾਮੀ ਨਹੀਂ ਝੱਲਣਾ ਚਾਹੁੰਦਾ, ਕੋਈ ਵਿਅਕਤੀ ਅੱਜ ਸੇਵਕਾਈ ਲਈ ਦੁੱਖ ਨਹੀਂ ਉਠਾਉਣਾ ਚਾਹੁੰਦਾ। ਇੱਕ ਸਮਾਂ ਸੀ ਜਦੋਂ ਮਸੀਹ ਦੇ ਲਈ ਬਹੁਤ ਹੀ ਪਰਮੇਸ਼ਵਰ ਦੇ ਲੋਕ ਜਿਨ੍ਹਾਂ ਨੇ ਮਿਸ਼ਨਰੀ ਯਾਤਰਾਵਾਂ ਕੀਤੀਆਂ ਔਰ ਪਰਮੇਸ਼ਵਰ ਦੇ ਲਈ ਦੁੱਖ ਉਠਾਏ। ਭਗਤ ਸਿੰਘ ਜੋ ਕਿ ਇਸ ਪੰਜਾਬ ਦੇ ਪਹਿਲੇ ਮਿਸ਼ਨਰੀ ਹੋਏ, ਸਾਧੂ ਸੁੰਦਰ ਸਿੰਘ, ਸਾਧੂ ਕਿਸ਼ਨ ਸਿੰਘ, ਬੜੇ ਇਸ ਤਰ੍ਹਾਂ ਦੇ ਸੰਤ ਹੋਏ ਔਰ ਬੜੇ ਪਰਮੇਸ਼ਵਰ ਦੇ ਪ੍ਰੇਮੀ ਲੋਕ ਹੋਏ। ਔਰ ਜਿਸ ਤਰ੍ਹਾਂ ਕਿ ਉੜੀਸਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਵਿਲੀਅਮ ਕੈਰੀ ਵਰਗੇ ਔਰ ਮਦਰ ਟਰੇਸਾ ਵਰਗੇ ਸੰਤ ਜਿਨ੍ਹਾਂ ਨੇ ਪਰਮੇਸ਼ਵਰ ਲਈ ਕੀ ਕੀਤਾ, ਦੁੱਖ ਝੱਲਿਆ। ਔਰ ਅੱਜ ਅਸੀਂ ਵੇਖਦੇ ਹਾਂ ਉਹਨਾਂ ਦੇ ਨਾਮ ਨੂੰ, ਅੱਜ ਅਸੀਂ ਉਹਨਾਂ ਨੂੰ ਵੇਖਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਦੇ ਨਾਲ ਆਪਣੇ ਕੰਮ ਕੀਤੇ, ਕਿਉਂਕਿ ਉਹਨਾਂ ਨੇ ਪਰਮੇਸ਼ਵਰ ਲਈ ਦੁੱਖ ਝੱਲਿਆ। ਜੇ ਅਸੀਂ ਦੁੱਖ ਝੱਲਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਘਰ ਦੇ ਅਧਿਕਾਰੀ ਬਣਦੇ ਹਾਂ। ਤੇ ਫਿਰ ਜੋ ਕੁਝ ਵੀ ਅਸੀਂ ਮੂੰਹ ਤੋਂ ਬੋਲਦੇ ਹਾਂ, ਬਾਣੀ 'ਚ ਲਿਖਿਆ, ਜੋ ਤੁਸੀਂ ਬੋਲੋਗੇ, ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੇ ਲਈ ਜੋ ਤੁਸੀਂ ਬੋਲਦੇ ਹੋ ਹੁੰਦਾ ਤਾਂ ਤੁਹਾਡੇ ਲਈ ਹੋ ਜਾਏਗਾ। ਪਰ ਕਦੋਂ? ਜੇ ਅਸੀਂ ਪਰਮੇਸ਼ਵਰ ਲਈ ਕੰਮ ਕਰਦੇ ਹਾਂ, ਅਸੀਂ ਉਹਦੇ ਦੁੱਖ ਉਠਾਉਂਦੇ ਹਾਂ। ਅਸੀਂ ਲਿਖਿਆ ਕਿ ਅਸੀਂ ਉਹਦੇ ਘਰ ਦੇ ਅਧਿਕਾਰੀ ਬਣਦੇ ਹਾਂ, ਮਸੀਹ ਦੇ ਨਾਲ ਸਾਂਝੇ ਅਧਿਕਾਰੀ ਬਣਦੇ ਹਾਂ। ਪਰ ਤਦੇ ਜੇ ਅਸੀਂ ਦੁੱਖ ਝੱਲੀਏ ਤਾਂ ਜੋ ਅਸੀਂ ਉਹਦੇ ਨਾਲ ਵਡਿਆਈ ਵੀ ਜਾਈਏ। ਇਸ ਲਈ ਵਡਿਆਈ ਜਿਹੜੀ ਅੱਜ ਲੋਕੀ ਪਹਿਲਾਂ ਭਾਲਦੇ ਨੇ ਕਿ ਅਸੀਂ ਵਡਿਆਈ ਜਾਈਏ, ਬੇਸ਼ੱਕ ਸਾਨੂੰ ਕੁਛ ਅਸੀਂ ਪਰਮੇਸ਼ਵਰ ਲਈ ਕਰੀਏ ਜਾਂ ਨਾ ਕਰੀਏ, ਪਰ ਸਾਨੂੰ ਵਡਿਆਈ ਮਿਲਣੀ ਚਾਹੀਦੀ ਹੈ। ਇਸ ਲਈ ਲੋਕ ਅੱਜ ਦੁਨੀਆ ਵਿੱਚ ਆਪਣੇ ਆਪ ਨੂੰ ਪਾਪਾ ਕਹਾਉਂਦੇ ਨੇ। ਇਸ ਲਈ ਦੁਨੀਆ ਵਿੱਚ ਆਪਣੇ ਆਪ ਨੂੰ ਵਡਿਆਈ ਦੇਣ ਲਈ ਕਿ ਮੇਰੀ ਪ੍ਰਾਰਥਨਾ ਨਾਲ ਇਹ ਹੋਇਆ, ਮੇਰੀ ਪ੍ਰਾਰਥਨਾ ਨਾਲ ਬਿਮਾਰ ਚੰਗਾ ਹੋ ਗਿਆ, ਮੇਰੀ ਪ੍ਰਾਰਥਨਾ ਦੇ ਨਾਲ ਰੋਗੀ ਜਿਹੜਾ ਚੰਗਾ ਹੋ ਗਿਆ, ਮੇਰੀ ਪ੍ਰਾਰਥਨਾ ਨਾਲ ਭੂਤ ਨਿਕਲ ਗਏ, ਮੇਰੀ ਪ੍ਰਾਰਥਨਾ ਨਾਲ ਵੀਜ਼ਾ ਲੱਗ ਗਿਆ। ਸੋ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਾਰਥਨਾ ਕਰਨ ਵਾਲੇ ਮਹਾਨ ਨਹੀਂ ਹੁੰਦੇ, ਪ੍ਰਾਰਥਨਾ ਸੁਣਨ ਵਾਲਾ ਮਹਾਨ ਹੁੰਦਾ ਹੈ। ਅਸੀਂ ਉਸ ਪਰਮੇਸ਼ਵਰ ਦੇ ਬੱਚੇ ਹਾਂ ਜਿਹੜਾ ਬਹੁਤ ਹੀ ਮਹਾਨ ਪਰਮੇਸ਼ਵਰ ਹੈ। ਅਸੀਂ ਪਰਮੇਸ਼ਵਰ ਦੇ ਮਹਾਨ ਸੇਵਕ ਨਹੀਂ ਹਾਂ, ਪਰ ਅਸੀਂ ਉਸ ਮਹਾਨ ਪਰਮੇਸ਼ਵਰ ਦੇ ਬੱਚੇ ਹਾਂ। ਅਸੀਂ ਉਸ ਮਹਾਨ ਪਰਮੇਸ਼ਵਰ ਦੀ ਜਿਹੜੀ ਸੇਵਾ ਕਰਦੇ ਹਾਂ, ਕਿਉਂਕਿ ਸਾਡਾ ਪਰਮੇਸ਼ਵਰ ਮਹਾਨ ਹੈ। ਔਰ ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਪਹਿਲਾਂ ਵਡਿਆਈ ਨਾ ਭਾਲੀਏ। ਬਾਣੀ 'ਚ ਲਿਖਿਆ, ਯਿਸੂ ਮਸੀਹ ਨੇ ਕਿਹਾ ਸੀ, ਜੇ ਕੋਈ ਮੇਰੀ ਸੇਵਾ ਕਰਦਾ ਤਾਂ ਪਿਤਾ ਉਹਦਾ ਆਦਰ ਕਰੇਗਾ। ਭਾਵੇਂ ਸੰਸਾਰ ਵਿੱਚ ਤੁਹਾਨੂੰ ਆਦਰ ਮਿਲੇ ਜਾਂ ਨਾ ਮਿਲੇ, ਪਰ ਪਰਮੇਸ਼ਵਰ ਤੁਹਾਡਾ ਆਦਰ ਕਰਦਾ ਹੈ। ਕਦੋਂ ਕਰਦਾ ਹੈ? ਜਦੋਂ ਅਸੀਂ ਉਸ ਦੇ ਨਾਮ ਦੀ ਮਹਿਮਾ ਦੇ ਲਈ ਦੁੱਖ ਝੱਲਦੇ ਹਾਂ। ਦੁੱਖ ਝੱਲਣਾ ਕੋਈ ਚਾਹੁੰਦਾ ਨਹੀਂ, ਪਰ ਦੁੱਖਾਂ ਤੋਂ ਬਗੈਰ ਗੱਲ ਨਹੀਂ ਬਣਨੀ। ਬਾਣੀ ਦੇ ਵਿੱਚ ਲਿਖਿਆ, ਜਿੰਨੇ ਵੀ ਸੰਸਾਰ ਵਿੱਚ ਭਗਤੀ ਦੇ ਅਨੁਸਾਰ ਦਿਨ ਕੱਟਣਾ ਚਾਹੁੰਦੇ ਆ, ਉਹ ਸਭ ਸਤਾਏ ਜਾਣਗੇ। ਸੋ ਤੋਂ ਦੁੱਖ ਉਠਾਉਣ ਲਈ ਥੋੜ੍ਹਾ ਬਹੁਤ ਆਪਣੇ ਆਪ ਨੂੰ ਪਰਮੇਸ਼ਵਰ ਲਈ ਤਿਆਰ ਕਰਨਾ ਪੈਣਾ ਸਾਨੂੰ, ਕਿ ਚਾਹੇ ਕੋਈ ਵੀ ਦੁੱਖ ਮੁਸੀਬਤ ਆਵੇ, ਅਸੀਂ ਨਹੀਂ ਡਰਾਂਗੇ, ਅਸੀਂ ਨਹੀਂ ਘਬਰਾਵਾਂਗੇ। ਅਸੀਂ ਪਰਮੇਸ਼ਵਰ ਦੇ ਪਿੱਛੇ ਵਫਾਦਾਰੀ ਦੇ ਨਾਲ ਚੱਲਦੇ ਜਾਵਾਂਗੇ, ਭਾਵੇਂ ਸੰਸਾਰ ਸਾਨੂੰ ਕੁਝ ਵੀ ਆਖੇ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਤਾਂ ਧਿਆਨ ਦਿਓ, ਫਿਰ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਇੱਕ ਬਹੁਤ ਖਾਸ ਮੈਸੇਜ ਦੇ ਰਿਹਾ। ਹੋ ਸਕਦਾ ਤੁਸੀਂ ਇਸ ਮੈਸੇਜ ਨੂੰ ਜ਼ਰੂਰ ਦੂਜਿਆਂ ਤੱਕ ਪਹੁੰਚਾਇਓ, ਜ਼ਰੂਰ ਇਹਨੂੰ ਸ਼ੇਅਰ ਕਰਿਓ, ਕਿਉਂਕਿ ਬਾਣੀ ਦੇ ਵਿੱਚ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਬਹੁਤ ਹੀ ਮਹਾਨ ਗੱਲਾਂ ਨੇ ਔਰ ਇਹਨਾਂ ਨੂੰ ਸਮਝਣ ਦੀ ਲੋੜ ਹੈ। ਅੱਜ ਦੀ ਕਲੀਸਿਆ ਨੂੰ, ਅੱਜ ਦੇ ਸੇਵਕਾਂ ਨੂੰ ਸਮਝਣ ਦੀ ਜ਼ਰੂਰਤ ਹੈ। ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਕੀ ਕਰ ਰਹੇ ਨੇ, ਅੱਜ ਦੇ ਸਮੇਂ 'ਚ ਬਰਕਤਾਂ ਪਾਉਣ ਦੇ ਲਈ
ਕੋਈ ਕਿਤੇ ਜਾ ਰਿਹਾ ਹੈ, ਕੋਈ ਕਿਤੇ ਜਾ ਰਿਹਾ। ਉਹ ਸੋਚਦਾ ਹੈ ਕਿ ਸ਼ਾਇਦ ਬਰਕਤ ਮੈਨੂੰ ਉਸ ਬੰਦੇ ਤੋਂ ਮਿਲੇਗੀ, ਮੈਨੂੰ ਉਸ ਬੰਦੇ ਤੋਂ ਮਿਲੇਗੀ, ਮੈਨੂੰ ਉਸ ਬੰਦੇ ਤੋਂ ਮਿਲੇਗੀ। ਉਹ ਬੰਦਾ ਮੇਰੇ ਲਈ ਪ੍ਰਾਰਥਨਾ ਕਰੇਗਾ ਤਾਂ ਹੋਏਗਾ, ਉਹ ਬੰਦਾ ਕਰੇਗਾ ਤਦ ਹੋਏਗਾ। ਅੱਜ ਮੈਂ ਤੁਹਾਡੀਆਂ ਅੱਖਾਂ ਤੋਂ ਇੱਕ ਪਰਦਾ ਚੁੱਕਣਾ ਚਾਹੁੰਦਾ। ਬਾਣੀ ਦੇ ਵਿੱਚ 1 Corinthians ਦੇ ਵਿੱਚ ਜਦੋਂ ਅਸੀਂ 3:21 ਆਇਤ ਨੂੰ ਪੜ੍ਹਦੇ ਤਾਂ ਲਿਖਿਆ, ਇਸ ਲਈ ਕੋਈ ਜਣਾ ਮਨੁੱਖਾਂ ਉੱਤੇ ਅਭਿਮਾਨ ਨਾ ਕਰੇ, ਕਿਉਂ ਜੋ ਸਾਰੀਆਂ ਵਸਤਾਂ ਤੁਹਾਡੀਆਂ ਹਨ। ਬਾਈਬਲ ਬਿਆਨ ਕਰਦੀ ਹੈ ਕਿ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ, ਤੁਹਾਡੇ ਲਈ ਪਰਮੇਸ਼ਰ ਨੇ ਸਭ ਕੁਝ ਬਣਾਇਆ ਹੈ, ਸਾਰੀਆਂ ਬਰਕਤਾਂ ਤੁਹਾਡੇ ਲਈ ਹਨ। ਪਿਤਾ ਨੇ ਜੋ ਕੁਝ ਵੀ ਬਣਾਇਆ ਸੀ, ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਵੀ ਇੱਕ ਬਹੁਤ ਸੋਹਣੀ ਕਹਾਵਤ ਸੰਤ ਪੌਲੁਸ ਦੁਆਰਾ ਦੱਸੀ ਗਈ ਹੈ ਕਿ ਕੋਈ ਵੀ ਬੱਚਾ ਮਾਂ-ਬਾਪ ਲਈ ਨਹੀਂ ਜੋੜਦਾ, ਪਰ ਹਰ ਇੱਕ ਮਾਂ-ਬਾਪ ਆਪਣੇ ਬੱਚੇ ਲਈ ਜੋੜਦੇ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਬਰਕਤਾਂ ਨੇ ਉਹ ਪਿਤਾ ਹੈ ਸਾਡਾ, ਉਹਨੇ ਸਾਡੇ ਲਈ ਰੱਖੀਆਂ ਹੋਈਆਂ ਨੇ। ਉਹ ਬਰਕਤਾਂ ਕਿਸੇ ਹੋਰ ਦੇ ਲਈ ਨਹੀਂ ਹੈ, ਉਹ ਤੁਹਾਡੇ ਲਈ ਨੇ। ਤੁਸੀਂ ਉਹਨਾਂ ਬਰਕਤਾਂ ਦੇ ਭਾਗੀ ਹੋ, ਤੁਸੀਂ ਉਹਨਾਂ ਬਰਕਤਾਂ ਦੇ ਕੀ ਹੋ? ਤੁਸੀਂ ਉਹਨਾਂ ਬਰਕਤਾਂ ਦੇ ਅਧਿਕਾਰੀ ਹੋ। ਪਰ ਕਦੋਂ? ਜੇ ਤੁਸੀਂ ਪਰਮੇਸ਼ਵਰ ਦੇ ਲਈ, ਉਹਦੇ ਕੰਮਾਂ ਦੇ ਲਈ ਦੁੱਖ ਚੱਲੋ, ਜੇ ਤੁਸੀਂ ਉਹਦੇ ਲਈ ਕੁਝ ਕਰਨ ਦਾ ਫੈਸਲਾ ਲਵੋ ਤਾਂ ਬਰਕਤਾਂ ਤੁਹਾਡੀਆਂ ਨੇ। ਬਰਕਤਾਂ ਤੁਹਾਨੂੰ ਕਿਤੇ ਲੈਣ ਜਾਣ ਦੀ ਜ਼ਰੂਰਤ ਨਹੀਂ। ਇਸ ਲਈ ਲਿਖਿਆ, ਪਰ ਕੋਈ ਜਣਾ ਮਨੁੱਖਾਂ ਉੱਤੇ ਕੀ ਨਾ ਕਰੇ, ਅਭਿਮਾਨ ਨਾ ਕਰੇ। ਬੰਦਿਆਂ ਤੇ ਅਭਿਮਾਨ ਨਾ ਕਰੋ, ਬੰਦਿਆਂ ਵੱਲ ਨਾ ਵੇਖੋ ਕਿ ਸ਼ਾਇਦ ਉਹ ਮਸ਼ਹੂਰ ਬੰਦਾ ਆ, ਉਹ ਦਊਗਾ, ਉਹ ਕਰੂਗਾ, ਉਹਦੇ 'ਚ ਪਾਵਰ ਜ਼ਿਆਦਾ, ਉਹਦੇ 'ਚ ਘੱਟ ਆ। ਇਹ ਲੋਕਾਂ ਦੀ ਬਹੁਤ ਹੀ ਬੇਸਮਝੀ ਦੀ ਗੱਲ ਆ। ਅਸਲ ਵਿੱਚ ਪਰਮੇਸ਼ਰ ਹਰੇਕ ਨੂੰ ਪਿਆਰ ਕਰਦਾ ਹੈ। ਪਰਮੇਸ਼ਰ ਹਰ ਇੱਕ ਜਨ ਨੂੰ ਬਰਾਬਰ ਪਿਆਰ ਕਰਦਾ ਹੈ। ਉਹਨੇ ਹਰ ਇੱਕ ਦੇ ਲਈ ਆਪਣੇ ਪੁੱਤਰ ਪ੍ਰਭੂ ਯਿਸੂ ਨੂੰ ਸੰਸਾਰ ਦੇ ਵਿੱਚ ਇਸੇ ਲਈ ਦਿੱਤਾ ਕਿ ਹਰ ਕੋਈ ਉਹਦੇ ਦੁਆਰਾ ਬਚੇ। ਯਿਸੂ ਨੇ ਸਾਰਿਆਂ ਦੇ ਲਈ ਲਹੂ ਡੋਲਿਆ ਹੈ। ਅਸੀਂ ਸਭ ਯਿਸੂ ਦੇ ਲਹੂ ਦੇ ਦੁਆਰਾ ਸੁਰੱਖਿਅਤ ਹੁੰਦੇ ਹਾਂ, ਬਚਦੇ ਹਾਂ, ਧਰਮੀ ਠਹਿਰਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਜੇ ਤੁਸੀਂ ਕੀ ਕਰ ਲੈਂਦੇ ਹੋ, ਉਹਦੇ ਕੰਮਾਂ ਦੇ ਲਈ ਤੁਸੀਂ ਆਪਣੇ ਆਪ ਨੂੰ ਤਿਆਰ ਕਰਦੇ ਹੋ ਕਿ ਮੈਂ ਪਰਮੇਸ਼ਵਰ ਦੇ ਲਈ ਹਾਂ, ਮੇਰਾ ਜੀਵਨ ਪਰਮੇਸ਼ਵਰ ਦੇ ਲਈ ਹੈ, ਅਸੀਂ ਉਹ ਕਰਾਂਗੇ ਜੋ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ, ਤਾਂ ਸਾਰੀਆਂ ਵਸਤਾਂ ਤੁਹਾਡੀਆਂ ਹਨ। ਤੁਸੀਂ ਬਾਣੀ ਦੇ ਵਿੱਚੋਂ ਜਾਣਦੇ ਹੋ ਕਿ ਸੰਤ ਪਾਲੂਸ ਇਸ ਲਈ ਕਹਿ ਪਾਏ ਕਿਉਂਕਿ ਸੰਤ ਪਾਲੂਸ ਨੇ ਪਰਮੇਸ਼ਵਰ ਦੇ ਕੰਮਾਂ ਲਈ ਬੜੇ ਦੁੱਖ ਝੱਲੇ ਨੇ। ਸ਼ਾਇਦ ਤੁਸੀਂ ਜਿੰਨੇ ਬਾਈਬਲ ਨੂੰ ਪੜ੍ਹਨ ਵਾਲੇ ਤੁਸੀਂ ਇਸ ਗੱਲ ਨੂੰ ਬੜੀ ਆਸਾਨੀ ਨਾਲ ਸਮਝ ਪਾਓਗੇ। ਸੰਤ ਪਾਲੂਸ ਇੱਕ ਇਹੋ ਜਿਹਾ ਪ੍ਰੇਰਿਤ ਹੈ, ਇਹੋ ਜਿਹਾ ਰਸੂਲ ਹੈ ਜਿਹਨੇ ਸਾਰਿਆਂ ਨਾਲੋਂ ਜ਼ਿਆਦਾ ਦੁੱਖ ਝੱਲੇ ਨੇ। ਔਰ ਉਹ ਆਪਣੇ ਦੁੱਖਾਂ ਦੀ ਗੱਲ ਕਈ ਵਾਰੀ ਸਾਂਝੀ ਕਰਦੇ ਨੇ। ਕਹਿੰਦੇ ਨੇ ਕਿ ਕਿੰਨੀ ਵਾਰ ਮੈਨੂੰ ਕੋੜੇ ਮਾਰੇ ਗਏ, ਕਿੰਨੀ ਵਾਰ ਮੈਨੂੰ ਪਥਰਾਅ ਕੀਤਾ ਗਿਆ, ਕਿੰਨੀ ਵਾਰ ਜਿਹੜੇ ਜਹਾਜ਼ਾਂ ਤੇ ਚੜ੍ਹਿਆ ਮੈਂ ਜਹਾਜ਼ ਟੁੱਟ ਗਏ, ਕਿੰਨੀਆਂ ਰਾਤਾਂ ਮੈਂ ਸਮੁੰਦਰਾਂ ਦੇ ਵਿੱਚ ਰਿਹਾ, ਕਿੰਨੀ ਵਾਰ ਮੈਨੂੰ ਜੋਖਮਾਂ ਦੇ ਵਿੱਚ ਰਹਿਣਾ ਪਿਆ। ਉਹ ਸਾਰੀਆਂ ਗੱਲਾਂ ਨੂੰ ਬਿਆਨ ਕਰਦੇ ਨੇ। ਪਰ ਤੁਸੀਂ ਜਾਣਦੇ ਹੋ ਕਿ ਸੰਤ ਪਾਲੂਸ ਇੱਕ ਗੱਲ ਕਹਿੰਦੇ ਨੇ ਕਿ ਪੱਲਿਓਂ ਭਾਵੇਂ ਅਸੀਂ ਸਖਣੇ ਜਿਹੇ ਹਾਂ, ਪਰ ਬਹੁਤਿਆਂ ਨੂੰ ਧਨੀ ਬਣਾਉਣ ਦੀ ਸ਼ਕਤੀ ਰੱਖਦੇ ਹਾਂ। ਬਿਕੋਜ਼ ਉਹ ਜਾਣਦੇ ਨੇ ਕਿ ਪਰਮੇਸ਼ਵਰ ਦੇ ਘਰ ਵਿੱਚ ਸਾਨੂੰ ਅਧਿਕਾਰ ਪ੍ਰਾਪਤ ਹੈ। ਪਰਮੇਸ਼ਵਰ ਦੀਆਂ ਸਾਰੀਆਂ ਬਰਕਤਾਂ ਦੇ ਅਸੀਂ ਕੀ ਹੈਗੇ ਹਾਂ? ਅਸੀਂ ਅਧਿਕਾਰੀ ਹੈਗੇ ਹਾਂ। ਪਰਮੇਸ਼ਵਰ ਦੇ ਲਈ ਕੰਮ ਕਰਨ ਵਾਲੇ ਇਹਨਾਂ ਚੀਜ਼ਾਂ ਨੂੰ ਬੋਲਦੇ ਹਨ। ਪਰਮੇਸ਼ਵਰ ਦੇ ਜਿਹੜੇ ਲੋਕ ਪਰਮੇਸ਼ਵਰ ਤੇ ਵਿਸ਼ਵਾਸ ਰੱਖਦੇ ਨੇ, ਪਰਮੇਸ਼ਵਰ ਦੇ ਲਈ ਕੰਮ ਕਰਦੇ ਨੇ, ਉਹਨਾਂ ਨੂੰ ਅਧਿਕਾਰ ਹੈ। ਕਹਿੰਦਾ ਕਿ ਚਾਹੇ ਅਸੀਂ ਭਲਿਓਂ ਸਖਣੇ ਜੇ, ਭਾਵੇਂ ਅਸੀਂ ਮਾਰੇ ਫਿਰਦੇ ਹਾਂ, ਭਾਵੇਂ ਸਾਡੇ ਕੋਲ ਇਸ ਵੇਲੇ ਕੁਝ ਨਹੀਂ ਲੱਗਦਾ, ਪਰ ਅਸੀਂ ਸਾਰੀਆਂ ਚੀਜ਼ਾਂ ਦੇ ਮਾਲਿਕ ਹਾਂ। ਤੁਸੀਂ ਇੱਕ ਗੱਲ ਯਾਦ ਰੱਖਿਓ ਮੇਰੇ ਪਿਆਰੇ ਭੈਣੋ ਭਰਾਵੋ, ਤੁਸੀਂ ਜੇਕਰ ਮਸੀਹ ਵਿੱਚ ਹੋ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਜੇ ਧਰਤੀ, ਆਕਾਸ਼, ਚੰਦ, ਤਾਰੇ, ਸੂਰਜ ਸਾਰੀਆਂ ਚੀਜ਼ਾਂ ਦੀ ਅਸੀਂ ਗੱਲ ਕਰੀਏ ਤਾਂ ਸਾਰੀਆਂ ਚੀਜ਼ਾਂ ਦਾ ਰਚਣ ਵਾਲਾ ਜਿਹੜਾ ਉਹ ਸਾਡਾ ਪਰਮੇਸ਼ਵਰ ਹੈ ਤੇ ਉਹ ਪਰਮੇਸ਼ਵਰ ਹੁਣ ਸਾਡਾ ਪਿਤਾ ਹੈ, ਸਾਡਾ ਅੱਬਾ ਹੈ। ਇਹਦਾ ਮਤਲਬ ਕਿ ਅਸੀਂ ਭਾਵੇਂ ਸੰਸਾਰ ਦੇ ਵਿੱਚ ਸੰਸਾਰ ਦੇ ਲੋਕਾਂ ਵਰਗੇ ਹੀ ਜਾਪਦੇ ਹਾਂ, ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜੋ ਕੁਝ ਵੀ ਰਚਨਾ ਹੈ, ਜੋ ਕੁਝ ਵੀ ਦਿਖਾਈ ਦੇ ਰਿਹਾ ਹੈ, ਜੋ ਕੁਝ ਨਹੀਂ ਵੀ ਦਿਖਾਈ ਦੇ ਰਿਹਾ, ਉਹਦਾ ਸਿਰਜਣਹਾਰ ਪਰਮੇਸ਼ਵਰ ਹੈ ਤੇ ਉਹ ਪਰਮੇਸ਼ਵਰ ਸਾਡਾ ਪਿਤਾ ਹੈ। ਜੇ ਸਾਡਾ ਉਹ ਪਿਤਾ ਹੈ ਤਾਂ ਸਾਰੀਆਂ ਚੀਜ਼ਾਂ ਦੇ ਤੁਸੀਂ ਮਾਲਿਕ ਹੋ ਔਰ ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਤੁਹਾਡੇ ਲਈ ਬਣਾਈਆਂ ਹਨ। ਇਸ ਲਈ ਪਰਮੇਸ਼ਵਰ ਦਾ ਵਚਨ ਕਹਿੰਦਾ ਕਿਸੇ ਮਨੁੱਖ ਦੇ ਉੱਤੇ ਅਭਿਮਾਨ ਨਾ ਕਰੋ, ਕਿਉਂਕਿ ਤੁਹਾਡਾ ਅੱਬਾ, ਤੁਹਾਡਾ ਪਿਤਾ ਜਿਉਂਦਾ ਹੈ। ਤੁਹਾਡਾ ਅੱਬਾ ਪਿਤਾ, ਸਾਡਾ ਅੱਬਾ ਪਿਤਾ ਉਹ ਜਿਉਂਦਾ ਪਰਮੇਸ਼ਵਰ ਹੈ, ਜਿਸ ਨੇ ਆਪਣੇ ਪੁੱਤਰ ਨੂੰ ਸਾਡੇ ਲਈ ਤੇ ਤੁਹਾਡੇ ਲਈ ਕਰੂਸ ਦੇ ਉੱਤੇ ਮਰਨ ਲਈ ਦੇ ਦਿੱਤਾ। ਔਰ ਮੇਰੇ ਨਾਲ ਤੁਸੀਂ ਜੇ ਤੁਸੀਂ 1 Corinthians 2:12 ਚਾਹੋ ਤਾਂ ਲਿਖਿਆ ਹੈ, ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਵਰ ਤੋਂ ਹੈ। ਇਸ ਗੱਲ ਨੂੰ ਯਾਦ ਰੱਖੀਏਗਾ ਕਿ ਸਾਨੂੰ ਕਿਹੜਾ ਆਤਮਾ ਦਿੱਤਾ ਗਿਆ ਹੈ? ਜਿਹੜਾ ਪਰਮੇਸ਼ਵਰ ਤੋਂ ਹੈ। ਪਰਮੇਸ਼ਵਰ ਤੋਂ ਦਿੱਤਾ ਗਿਆ ਆਤਮਾ। ਤੁਹਾਡੇ ਵਿੱਚ ਤੇ ਸੰਸਾਰ ਦੇ ਲੋਕਾਂ ਵਿੱਚ ਇੱਕ ਭਿੰਨਤਾ ਹੈ। ਉਹ ਭਿੰਨਤਾ ਜਿਹੜੀ ਅੱਜ ਸ਼ਾਇਦ ਚਿਹਰੇ ਨੂੰ ਵੇਖ ਕੇ ਨਜ਼ਰ ਨਹੀਂ ਆਉਂਦੀ, ਪਰ ਉਹ ਭਿੰਨਤਾ ਸਪਿਰਚੁਅਲ ਆਤਮਾ ਦੇ ਵਿੱਚ, ਤੁਹਾਡੇ ਆਤਮਿਕ ਜੀਵਨ ਦੇ ਵਿੱਚ ਹੈ। ਉਹ ਭਿੰਨਤਾ ਕੀ ਹੈ? ਸੰਸਾਰ ਦੇ ਅੰਦਰ ਜੋ ਹੈ, ਸੰਸਾਰ ਦੇ ਲੋਕਾਂ ਦੇ ਅੰਦਰ ਜੋ ਹੈ, ਉਹ
ਜੋ ਤੁਹਾਨੂੰ ਦਿੱਤਾ ਗਿਆ ਉਹ ਨਹੀਂ ਹੈ। ਬਾਈਬਲ 'ਚ ਲਿਖਿਆ ਹੈ ਪਰਮੇਸ਼ਵਰ ਨੇ ਸਾਨੂੰ ਜਗਤ ਦਾ ਆਤਮਾ ਨਹੀਂ ਦਿੱਤਾ, ਸਗੋਂ ਉਹ ਆਤਮਾ ਦਿੱਤਾ ਜਿਹੜਾ ਪਰਮੇਸ਼ਵਰ ਤੋਂ ਹੈ। ਸਾਨੂੰ ਪਰਮੇਸ਼ਵਰ ਦਾ ਆਤਮਾ ਮਿਲਿਆ ਹੈ। ਆਤਮਾ ਪਰਮੇਸ਼ਵਰ ਨੇ ਆਪਣਾ ਆਤਮਾ ਦਿੱਤਾ ਹੈ, ਉਸਨੇ ਆਪਣੀ ਸ਼ਾਂਤੀ ਸਾਨੂੰ ਦਿੱਤੀ ਹੈ। ਉਸਨੇ ਕਿਹਾ ਮੈਂ ਤੁਹਾਨੂੰ ਉਹ ਨਹੀਂ ਦਿੰਦਾ ਜੋ ਸੰਸਾਰ ਦਿੰਦਾ ਹੈ, ਪਰ ਉਹ ਦਿੰਦਾ ਜੋ ਸੰਸਾਰ ਤੁਹਾਨੂੰ ਨਹੀਂ ਦੇ ਸਕਦਾ। ਤੁਹਾਡੇ ਕੋਲ ਪਾਕ ਰੂਹ ਹੈ, ਪਵਿੱਤਰ ਆਤਮਾ ਹੈ। ਔਰ ਉਸ ਤੋਂ ਬਾਅਦ ਲਿਖਿਆ ਹੈ ਇਹ ਕਿਉਂ ਦਿੱਤਾ ਗਿਆ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਰ ਨੇ ਸਾਨੂੰ ਬਖਸ਼ੇ ਹਨ। ਇਸ ਜਗ੍ਹਾ ਤੇ ਬਾਈਬਲ ਦੱਸਦੀ ਹੈ ਕਿ ਪਵਿੱਤਰ ਆਤਮਾ ਹੀ ਹੈ ਜੋ ਸਾਨੂੰ ਇਸ ਗੱਲ ਤੋਂ ਵਾਕਿਫ ਕਰਾਉਂਦਾ ਹੈ, ਸਾਨੂੰ ਇਸ ਗੱਲ ਤੋਂ ਜਾਣੂ ਕਰਾਉਂਦਾ ਹੈ ਕਿ ਕੀ ਕੁਝ ਪਰਮੇਸ਼ਵਰ ਨੇ ਸਾਨੂੰ ਬਖਸ਼ਿਆ ਹੋਇਆ ਹੈ। ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਹਜੇ ਤੱਕ ਸਮਝ ਨਹੀਂ ਪਾਏ ਕਿ ਪਰਮੇਸ਼ਵਰ ਨੇ ਮਸੀਹ ਵਿੱਚ ਹਰ ਇੱਕ ਵਿਸ਼ਵਾਸੀ ਨੂੰ, ਹਰ ਇੱਕ ਉਸ ਤੇ ਈਮਾਨ ਰੱਖਣ ਵਾਲੇ ਨੂੰ ਬਹੁਤ ਕੁਝ ਬਖਸ਼ਿਆ ਹੋਇਆ ਹੈ। ਪਰ ਉਸ ਨੂੰ ਜਾਣਨ ਲਈ ਤੁਹਾਨੂੰ ਪਵਿੱਤਰ ਆਤਮਾ ਦੀ ਮਦਦ ਦੀ ਜ਼ਰੂਰਤ ਹੈ। ਔਰ ਇਸ ਲਈ ਜਦੋਂ ਅਸੀਂ ਯੂਹੰਨਾ 14:16 ਨੂੰ ਪੜ੍ਹਦੇ ਹਾਂ ਤਾਂ ਉੱਥੇ ਯਿਸੂ ਮਸੀਹ ਨੇ ਕਿਹਾ ਕਿ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਔਰ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਭਾਈ ਉਹ ਸਦਾ ਤੁਹਾਡੇ ਸੰਗ ਰਵੇ। ਉਹ ਪਵਿੱਤਰ ਆਤਮਾ ਹੀ ਹੈ ਜੋ ਸਾਨੂੰ ਇਹਨਾਂ ਗੱਲਾਂ ਤੋਂ ਵਾਕਿਫ ਕਰਾ ਸਕਦਾ ਹੈ ਕਿ ਅਸੀਂ ਪਰਮੇਸ਼ਵਰ ਤੋਂ ਕੀ ਕੁਝ ਪਾਇਆ ਹੋਇਆ ਹੈ। ਜੇ ਅਸੀਂ ਪਰਮੇਸ਼ਵਰ ਤੋਂ ਕੁਝ ਪਾਇਆ ਹੋਇਆ ਹੈ ਤਾਂ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਵਿਅਕਤੀ ਬਣ ਕੇ ਇਸ ਸੰਸਾਰ ਤੇ ਰਵਾਂਗੇ। ਔਰ ਬਾਈਬਲ ਸਾਨੂੰ ਦੱਸਦੀ, ਫਿਰ ਸਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਸਾਨੂੰ ਕੀ ਕੁਝ ਬਖਸ਼ਿਆ ਹੋਇਆ ਹੈ। ਹੁਣ ਸਾਨੂੰ ਕਿਸੇ ਹੋਰ ਚੀਜ਼ ਦੀ ਮੰਗ ਕਰਨ ਦੀ ਲੋੜ ਨਹੀਂ, ਸਾਨੂੰ ਮੰਗਤਿਆਂ ਦੀ ਤਰ੍ਹਾਂ ਘੁੰਮਣ ਦੀ ਲੋੜ ਨਹੀਂ, ਸਾਨੂੰ ਹੋਰ ਤਰ੍ਹਾਂ ਜਾ ਕੇ ਤਰਲੇ ਪਾ ਕੇ ਕੁਝ ਮੰਗਣ ਦੀ ਜ਼ਰੂਰਤ ਨਹੀਂ। ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਆਲਰੇਡੀ ਮਸੀਹ ਵਿੱਚ ਤੁਹਾਨੂੰ ਸਭ ਕੁਝ ਦਿੱਤਾ ਹੋਇਆ ਹੈ ਜੋ ਤੁਹਾਨੂੰ ਚਾਹੀਦਾ ਹੈ। ਇਸ ਲਈ ਬਾਣੀ ਦੇ ਵਿੱਚ ਬਹੁਤ ਸਪਸ਼ਟ ਨਾਲ ਲਿਖਿਆ ਕਿ ਤੁਹਾਨੂੰ ਪਾਕ ਰੂਹ ਦਿੱਤਾ, ਉਹ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਕੀ ਕੁਝ ਬਖਸ਼ਿਆ ਗਿਆ ਤੇ ਪਵਿੱਤਰ ਆਤਮਾ ਤੁਹਾਨੂੰ ਸਦਾ ਲਈ ਬਖਸ਼ਿਆ ਗਿਆ ਹੈ। ਇੱਥੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ, ਕਈ ਵਾਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ, ਪਰ ਫਿਰ ਵੀ ਮੈਂ ਦੁਹਰਾਵਾਂਗਾ ਇਸ ਗੱਲ ਨੂੰ ਕਿ ਪਵਿੱਤਰ ਆਤਮਾ ਸਦਾ ਲਈ ਦਿੱਤਾ ਗਿਆ ਹੈ। ਸਦਾ ਲਈ, याद रखिएगा, सदा ਲਈ ਦਿੱਤਾ ਗਿਆ ਹੈ। और मैं फिर तो कहांगा सदा ਲਈ ਦਿੱਤਾ ਗਿਆ ਇਹਦਾ ਮਤਲਬ ਮੈਂ ਕਿਉਂ ਬਾਰ-ਬਾਰ ਜ਼ੋਰ ਦੇ ਕੇ ਕਹਿ ਰਿਹਾ, ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਲਾਕਡਾਊਨ ਲੱਗ ਜਾਂਦਾ, ਜਦੋਂ ਕੋਈ ਬਿਮਾਰੀ ਆ ਜਾਂਦੀ, ਜਦੋਂ ਕੋਈ ਆਫਤ ਆ ਜਾਂਦੀ ਆ, ਜਦੋਂ ਕੋਈ ਮਹਾਮਾਰੀ ਆ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਡਰ ਕੇ ਬਹਿ ਜਾਂਦੇ, ਲੁਕ ਜਾਂਦੇ ਆ ਤੇ ਫਿਰ ਕਹਿੰਦੇ ਆ ਕਿ ਸ਼ਾਇਦ ਪਵਿੱਤਰ ਆਤਮਾ ਵੀ, ਮੈਨੂੰ ਲੱਗਦਾ ਉਹ ਸੋਚਦੇ ਹੋਣਗੇ ਕਿ ਹੁਣ ਸਾਲ ਬਾਅਦ, 1.5 ਸਾਲ ਬਾਅਦ, 2 ਸਾਲ ਬਾਅਦ ਹੀ ਆਊਗਾ ਜਦੋਂ ਕੀ ਹੋ ਜਾਊਗਾ, ਮਾਹੌਲ ਸਾਰਾ ਠੀਕ ਹੋ ਜਾਊਗਾ। ਪਵਿੱਤਰ ਆਤਮਾ ਸਦਾ ਲਈ ਤੁਹਾਨੂੰ ਦਿੱਤਾ ਗਿਆ ਹੈ ਔਰ ਪਵਿੱਤਰ ਆਤਮਾ ਆਪਣਾ ਕੰਮ ਹਮੇਸ਼ਾ ਕਰਨਾ ਚਾਹੁੰਦਾ ਹੈ। ਪਵਿੱਤਰ ਆਤਮਾ ਕਦੀ ਵੀ ਇਹ ਨਹੀਂ ਚਾਹੇਗਾ ਕਿ ਤੁਸੀਂ ਆਪਣੇ ਆਪ ਨੂੰ ਤੁਸੀਂ ਕੀ ਕਰ ਲਓ, ਅਲੱਗ ਕਰਕੇ ਤੁਸੀਂ ਆਪਣੇ ਆਪ ਨੂੰ ਬਚਾ ਕੇ ਬੈਠ ਜਾਓ ਕਿ ਤੁਸੀਂ ਬਚ ਜਾਓਗੇ। ਨਹੀਂ, ਇਸ ਤਰ੍ਹਾਂ ਤੁਸੀਂ ਨਹੀਂ ਬਚ ਸਕਦੇ। ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਪਰਮੇਸ਼ਵਰ ਦੇ ਕੰਮਾਂ ਲਈ ਦੁੱਖ ਉਠਾਓ। ਲਿਖਿਆ ਤੁਸੀਂ ਪਰਮੇਸ਼ਵਰ ਦੇ ਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ ਬਣਦੇ ਹੋ, ਪਰ ਤਦ ਹੀ ਜੇ ਉਹਦੇ ਲਈ ਦੁੱਖ ਉਠਾਓ। ਜੇ ਦੁੱਖ ਉਠਾਉਣਾ ਨਹੀਂ ਚਾਹੁੰਦੇ ਤਾਂ ਫਿਰ ਤੁਸੀਂ ਕਦੀ ਭੁੱਲ ਜਾਓ ਕਿ ਤੁਸੀਂ ਪਵਿੱਤਰ ਆਤਮਾ ਤੋਂ ਇਸ ਗੱਲ ਨੂੰ ਸਿੱਖ ਪਾਓਗੇ ਕਿ ਉਹਨੇ ਤੁਹਾਨੂੰ ਕੀ ਕੁਝ ਬਖਸ਼ਿਆ ਹੋਇਆ ਹੈ। ਜਿੰਨੇ ਤੁਸੀਂ ਮਸੀਹ ਵਿੱਚ ਹੋ, ਤੁਸੀਂ ਪਰਮੇਸ਼ਵਰ ਤੋਂ ਕੀ ਪਾਇਆ ਹੈ, ਇਸ ਗੱਲ ਦਾ ਆਪ ਹੀ ਫੈਸਲਾ ਕਰੋ। ਜਰਾ ਸੋਚ ਕੇ ਦੇਖੋ, ਜਰਾ ਵਿਚਾਰ ਕਰਕੇ ਦੇਖੋ ਕਿ ਤੁਹਾਨੂੰ ਮਸੀਹ ਵਿੱਚ ਕੀ ਕੁਝ ਪ੍ਰਾਪਤ ਹੈ, ਤੁਸੀਂ ਕੀ ਕੁਝ ਪਾਇਆ ਹੋਇਆ ਹੈ। ਤੁਸੀਂ ਤਾਂ ਜਗਤ ਦੀ ਜੋਤੀ ਹੋ, ਤੁਸੀਂ ਤਾਂ ਧਰਤੀ ਦੇ ਨਮਕ ਹੋ। ਤੁਹਾਨੂੰ ਕੀ ਕੁਝ ਮਿਲਿਆ ਹੋਇਆ ਹੈ, ਉਸ 'ਤੇ ਜਰਾ ਵਿਚਾਰ ਕਰੋ ਕਿ ਪਰਮੇਸ਼ਰ ਵਿੱਚ ਤੁਸੀਂ ਕਿਹੜੇ ਦਾਨ ਵਰਦਾਨ ਪਾਏ ਨੇ, ਤੁਸੀਂ ਪਰਮੇਸ਼ਰ ਵਿੱਚ ਕਿਹੜੀਆਂ ਚੀਜ਼ਾਂ ਨੂੰ ਪਾਇਆ ਹੈ। ਪਰਮੇਸ਼ਰ ਨੇ ਤੁਹਾਨੂੰ ਸੰਸਾਰ ਨਾਲੋਂ ਕਿਵੇਂ ਭਿੰਨ ਕੀਤਾ ਹੈ, ਤੁਹਾਡੇ ਅੰਦਰ ਸੰਸਾਰ ਦੇ ਲੋਕਾਂ ਨਾਲੋਂ ਕੀ ਵੱਖਰਾਪਨ ਹੈ, ਤੁਹਾਡੇ ਅੰਦਰ ਪਰਮੇਸ਼ਰ ਨੇ ਕਿਹੜੀ ਸਾਮਰਥ ਰੱਖੀ ਹੈ ਜੋ ਸੰਸਾਰ ਦੇ ਕੋਲ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ, ਜਦੋਂ ਅਸੀਂ ਰਸੂਲਾਂ ਦੀ ਕਿਤਾਬ 1:8 ਨੂੰ ਵੀ ਪੜ੍ਹਦੇ ਤਾਂ ਲਿਖਿਆ ਕਿ ਜਦ ਉਹ ਆਤਮਾ ਤੁਹਾਡੇ ਤੇ ਆਉਂਦਾ ਹੈ ਤਾਂ ਤੁਸੀਂ ਸਾਮਰਥ ਪਾਓਗੇ, ਫਿਰ ਤੁਸੀਂ ਪਰਮੇਸ਼ਵਰ ਦੇ ਗਵਾਹ ਬਣੋਗੇ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਇਸ ਸਮੇਂ ਦੇ ਵਿੱਚ ਜਦੋਂ ਕਿ ਹਾਲਾਤ ਮਾੜੇ ਨੇ, ਕੋਈ ਪਰਮੇਸ਼ਵਰ ਦੀ ਗਵਾਹੀ ਦੇਣ ਨੂੰ ਤਿਆਰ ਨਹੀਂ ਹੈ, ਕੋਈ ਨਿਕਲ ਕੇ ਬਾਹਰ ਆ ਕੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇਣ ਲਈ ਤਿਆਰ ਨਹੀਂ ਹੈ। ਤਾਂ ਮੇਰੇ ਅਜ਼ੀਜ਼ੋ, ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਇਹ ਯਾਦ ਰੱਖੋ ਕਿ ਪਵਿੱਤਰ ਆਤਮਾ ਤੁਹਾਨੂੰ ਸਦਾ ਲਈ ਦਿੱਤਾ ਗਿਆ ਹੈ। ਉਹ ਤੁਹਾਡੀ ਮਦਦ, ਉਹ ਤੁਹਾਡੀ ਸਹਾਇਤਾ ਕਰੇਗਾ। ਜਾਓ ਔਰ ਜਾ ਕੇ ਪਰਮੇਸ਼ਰ ਦੇ ਕੰਮਾਂ ਨੂੰ ਕਰੋ, ਰੂਹਾਂ ਨੂੰ ਬਚਾਓ, ਪਰਮੇਸ਼ਰ ਦੇ ਕੰਮਾਂ ਦੇ ਲਈ ਪਰਵਾਹ ਕਰੋ, ਚਿੰਤਾ ਕਰੋ। ਜੇ ਤੁਸੀਂ ਇਸ ਤਰ੍ਹਾਂ ਆਪ ਨਹੀਂ ਕਰ ਸਕਦੇ ਤਾਂ ਕਰਨ ਵਾਲਿਆਂ ਦੀ ਹੈਲਪ ਕਰੋ। ਜੇ ਤੁਸੀਂ ਆਪ ਪ੍ਰਚਾਰ ਨਹੀਂ ਕਰ ਸਕਦੇ ਤਾਂ ਜਿਹੜੇ ਪਰਮੇਸ਼ਰ ਦਾ ਕੰਮ ਕਰ ਰਹੇ ਨੇ ਉਹਨਾਂ ਲਈ ਤੁਸੀਂ ਆਪਣੀ ਫਾਈਨੈਂਸ਼ੀਅਲ ਹੈਲਪ ਦੇ ਦੁਆਰਾ ਵੀ ਤੁਸੀਂ ਮਦਦ ਕਰ ਸਕਦੇ ਹੋ। ਤੁਸੀਂ ਆਪਣੇ ਆਪ ਇੱਕ ਫੈਸਲਾ ਲਓ ਕਿ ਅਸੀਂ ਕਿਸ ਤਰ੍ਹਾਂ ਪਰਮੇਸ਼ਰ ਦੇ ਕੰਮਾਂ ਨੂੰ ਅੱਗੇ ਵਧਾਈਏ। ਜਿਸ ਤਰ੍ਹਾਂ ਸੰਭਵ ਹੈ ਉਸ ਤਰ੍ਹਾਂ ਕਰੋ ਔਰ ਪਰਮੇਸ਼ਰ ਦੇ ਰਾਜ ਨੂੰ
ਵਧਾਓ, ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਚੱਲੋ, ਉਸ ਦੀ ਉਸ ਮਹਾਨ ਆਗਿਆ ਦਾ ਪਾਲਨ ਕਰੋ, ਕਿਉਂਕਿ ਦਿਨ ਬੁਰੇ ਨੇ ਔਰ ਜਲਦੀ ਹੀ ਸੰਸਾਰ ਦਾ ਐਂਡ ਜਿਹੜਾ ਹੈ ਉਹ ਨੇੜੇ ਆ ਰਿਹਾ ਹੈ। ਔਰ ਪਤਰਸ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਦੂਜੇ ਪਤਰਸ ਦੀ ਕਿਤਾਬ 1:3 ਨੂੰ ਪੜ੍ਹਦੇ ਲਿਖਿਆ, ਜਦੋਂ ਉਹਦੀ ਈਸ਼ਵਰੀ ਸਾਮਰਥ ਨੇ ਸਭ ਕੁਝ ਜੋ ਜੀਵਨ ਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ ਉਸ ਦੇ ਗਿਆਨ ਦੇ ਅਨੁਸਾਰ ਦਿੱਤਾ ਹੈ, ਜਿਨੇ ਆਪਣੇ ਹੀ ਪ੍ਰਤਾਪ ਤੇ ਗੁਣ ਦੇ ਨਾਲ ਸਾਨੂੰ ਸੱਦਿਆ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਜੋ ਕੁਝ ਵੀ ਸਾਡੇ ਜੀਵਨ ਨਾਲ ਸੰਬੰਧ ਰੱਖਦਾ ਹੈ ਤੇ ਜੋ ਕੁਝ ਵੀ ਸਾਡੀ ਭਗਤੀ ਨਾਲ ਸੰਬੰਧ ਰੱਖਦਾ ਹੈ ਉਹ ਸਭ ਕੁਝ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੋਇਆ ਹੈ, ਤਾਂ ਕਿ ਅਸੀਂ ਜਿਸ ਨੇ ਸਾਨੂੰ ਆਪਣੇ ਪ੍ਰਤਾਪ ਤੇ ਆਪਣੇ ਗੁਣਾਂ ਨਾਲ ਕੀ ਕੀਤਾ ਹੈ, ਸੱਦਿਆ ਹੈ, ਅਸੀਂ ਉਸ ਦੀ ਈਸ਼ਵਰੀ ਸਮਰੱਥਾ ਨੂੰ ਸਮਝ ਸਕੀਏ, ਕਿਉਂਕਿ ਈਸ਼ਵਰੀ ਸਮਰੱਥਾ ਨੇ ਸਭੋ ਕੁਝ। ਬਾਈਬਲ ਦੱਸਦੀ ਹੈ ਕਿ ਤੁਹਾਨੂੰ ਇੱਕ ਅਲੌਕਿਕ ਪਾਵਰ ਦਿੱਤੀ ਗਈ ਹੈ, ਤੁਹਾਨੂੰ ਇੱਕ ਡਿਵਾਈਨ ਪਾਵਰ ਦਿੱਤੀ ਗਈ ਹੈ, ਇਹ ਇੱਕ ਅਲੌਕਿਕ ਸਾਮਰਥ ਹੈ ਤੇ ਅਲੌਕਿਕ ਸਾਮਰਥ ਦੇ ਦੁਆਰਾ ਹੀ ਪਰਮੇਸ਼ਵਰ ਨੇ ਤੁਹਾਨੂੰ ਜੋ ਭਗਤੀ ਨਾਲ ਤੇ ਜੋ ਜੀਵਨ ਨਾਲ ਸੰਬੰਧ ਰੱਖਦਾ ਹੈ ਉਹ ਤੁਹਾਨੂੰ ਬਖਸ਼ਿਆ ਹੈ। ਸੋ ਇਸ ਲਈ ਪਰਮੇਸ਼ਵਰ ਦੇ ਕੰਮਾਂ ਵਿੱਚ ਮਗਨ ਹੋ ਜਾਈਏ, ਪਰਮੇਸ਼ਵਰ ਦੇ ਕੰਮਾਂ ਨੂੰ ਅੱਗੇ ਵਧਾਈਏ। ਦੂਜਾ ਕੁਰਿੰਥੀਆਂ ਦੇ ਵਿੱਚ ਮੈਂ ਉਸ ਨੂੰ ਪੜ੍ਹ ਕੇ ਸਮਾਪਤ ਕਰਾਂਗਾ, ਜਦੋਂ ਉਸ ਦਾ ਅਸੀਂ 8 ਅਧਿਆਇ ਤੇ 9 ਵਚਨ ਨੂੰ ਪੜ੍ਹਦੇ ਤਾਂ ਲਿਖਿਆ ਹੈ, ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਨਿਰਧਨ ਬਣਿਆ, ਭਾਈ ਤੁਸੀਂ ਉਸ ਦੀ ਨਿਰਧਨਤਾਈ ਤੋਂ ਧਨੀ ਹੋ ਜਾਓ। ਯਿਸੂ ਮਸੀਹ ਧਨੀ ਸਨ ਤੇ ਸਾਡੇ ਲਈ ਨਿਰਧਨ ਬਣੇ। ਤੁਸੀਂ ਜਾਣਦੇ ਹੋ ਕਿ ਸਾਰੀ ਸਾਮਰਥ ਸਾਰੇ ਅਧਿਕਾਰ ਯਿਸੂ ਮਸੀਹ ਦੇ ਕੋਲ ਸਨ, ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਸਵਰਗ ਤੋਂ ਆਏ ਸਨ। ਸਵਰਗ ਦਾ ਸਾਰਾ ਅਧਿਕਾਰ ਯਿਸੂ ਮਸੀਹ ਦੇ ਕੋਲ ਸੀ। ਉਹਨਾਂ ਦੇ ਇੱਕ ਇਸ਼ਾਰੇ ਦੇ ਨਾਲ ਜਿਹੜੇ ਸਵਰਗਦੂਤ ਸਨ ਉਹ ਧਰਤੀ ਦਾ ਨਾਮੋ ਨਿਸ਼ਾਨ ਮਿਟਾ ਸਕਦੇ ਸਨ। ਇਸ ਧਰਤੀ ਤੇ ਯਿਸੂ ਮਸੀਹ ਜੋ ਵੀ ਚਾਹੁੰਦੇ ਉਹ ਕਰ ਸਕਦੇ ਸਨ, ਪਰ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਵੱਖ ਰੱਖ ਕੇ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਆਪਣੇ ਆਪ ਨੂੰ ਨੀਵਾਂ ਕਰਕੇ, ਹਲੀਮ ਕਰਕੇ, ਸਖਣੇ ਕਰਕੇ ਆਪਣੇ ਆਪ ਨੂੰ ਸ਼ੂਨਯ ਕਰ ਦਿੱਤਾ, ਜ਼ੀਰੋ ਕਰ ਦਿੱਤਾ, ਔਰ ਉਹਨਾਂ ਨੇ ਆਪਣੀ ਜਾਨ ਕਲਵਰੀ ਦੇ ਕ੍ਰਾਸ ਉੱਤੇ ਦਿੱਤੀ। ਕਿਉਂ? ਵਾਈ? ਕਿ ਇਸ ਜਗ੍ਹਾ ਤੇ ਲਿਖਿਆ ਹੈ ਤਾਂ ਕਿ ਅਸੀਂ ਉਸ ਦੀ ਨਿਰਧਨਤਾਈ ਤੋਂ ਧਨੀ ਬਣ ਜਾਈਏ। ਉਹ ਇਸ ਲਈ ਸੀ ਤਾਂ ਕਿ ਅਸੀਂ ਕਬੂਲ ਕੀਤੇ ਜਾਈਏ, ਉਹ ਇਸ ਲਈ ਸੀ ਤਾਂ ਕਿ ਅਸੀਂ ਸਾਮਰਥ ਰਹਿਤ ਨਾ ਰਹੀਏ, ਉਹ ਇਸ ਲਈ ਸੀ ਤਾਂ ਕਿ ਅਸੀਂ ਪਰਮੇਸ਼ਵਰ ਦੀ ਇਸ ਨਿਰਧਨਤਾਈ ਤੋਂ ਜੋ ਉਸਨੇ ਸਾਡੇ ਲਈ ਆਪਣੇ ਆਪ ਨੂੰ ਨਿਰਧਨ ਕੀਤਾ, ਅਸੀਂ ਬਲਵੰਤ ਹੋ ਜਾਈਏ, ਧਨੀ ਬਣ ਜਾਈਏ। ਹੁਣ ਪਰਮੇਸ਼ਵਰ ਚਾਹੁੰਦੇ ਨੇ ਕਿ ਤੁਸੀਂ ਸਵਰਗ ਦੇ ਅਖਤਿਆਰ ਦੇ ਨਾਲ ਆਪਣੇ ਆਪ ਨੂੰ ਭਰਪੂਰ ਕਰ ਲਵੋ, ਜਿਸ ਤਰ੍ਹਾਂ ਪਹਿਲੀ ਕਲੀਸਿਆ ਦੇ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕੀਤਾ ਤੇ ਪੂਰੇ ਸੰਸਾਰ ਲਈ ਬਰਕਤ ਦਾ ਕਾਰਨ ਬਣੇ। ਹੁਣ ਵਾਰੀ ਤੁਹਾਡੀ ਤੇ ਸਾਡੀ ਹੈ, ਜਿੱਦਾਂ ਯਿਸੂ ਮਸੀਹ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਭੇਜਿਆ ਹੁਣ ਮੈਂ ਵੀ ਤੁਹਾਨੂੰ ਭੇਜਦਾ ਹਾਂ, ਔਰ ਜਾਓ ਤੇ ਜਾ ਕੇ ਸਾਰੀਆਂ ਕੌਮਾਂ 'ਚ ਇਸ ਗੱਲ ਦਾ ਪ੍ਰਚਾਰ ਕਰੋ ਕਿ ਯਿਸੂ ਕੌਣ ਹਨ। ਔਰ ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਉਹ ਸਾਡੇ ਲਈ ਨਿਰਧਨ ਬਣਿਆ, ਉਹ ਇਸ ਲਈ ਬਣਿਆ ਤਾਂ ਕਿ ਅਸੀਂ ਉਸ ਵਿੱਚ ਧਨੀ ਹੋ ਜਾਈਏ। ਧਨੀ ਹੋ ਜਾਈਏ ਮੇਰੇ ਅਜ਼ੀਜ਼ੋ। ਪਰਮੇਸ਼ਰ ਦਾ ਵਚਨ ਇਹ ਆਖਦਾ ਹੈ ਕਿ ਕਿਸ ਤਰ੍ਹਾਂ ਦੇ ਧਨ ਨਾਲ ਆਪਣੇ ਆਪ ਨੂੰ ਧਨੀ ਬਣਾਉਣਾ। ਜਿਵੇਂ ਪਹਿਲੇ ਸਮੇਂ ਦੇ ਲੋਕ ਜਿਹੜੇ ਸੀ ਉਹ ਬਰਕਤ ਦਾ ਕਾਰਨ ਬਣੇ, ਹੁਣ ਤੁਹਾਡੀ ਵਾਰੀ ਤੇ ਸਾਡੀ ਵਾਰੀ ਕਿ ਅਸੀਂ ਬਰਕਤ ਦਾ ਕਾਰਨ ਬਣੀਏ ਤੇ ਸਵਰਗ ਦੀਆਂ ਜਿਹੜੀਆਂ ਆਸ਼ੀਸ਼ਾਂ ਪਰਮੇਸ਼ਰ ਨੇ ਸਾਨੂੰ ਤੇ ਤੁਹਾਨੂੰ ਦਿੱਤੀਆਂ ਨੇ, ਅਸੀਂ ਉਹ ਦੂਜਿਆਂ ਤੱਕ ਪਹੁੰਚਾਉਣ ਵਾਲੇ ਬਣ ਜਾਈਏ। ਪਰਮੇਸ਼ਰ ਦੇ ਵਚਨ ਦੇ ਮੁਤਾਬਕ ਪਰਮੇਸ਼ਰ ਨੇ ਤੁਹਾਨੂੰ ਆਪਣੇ ਘਰ ਦਾ ਅਧਿਕਾਰੀ ਬਣਾਇਆ ਹੈ, ਤਾਂ ਕਿ ਤੁਸੀਂ ਜਿਸ ਨੂੰ ਆਸ਼ੀਸ਼ ਦਿਓ ਉਸ ਨੂੰ ਆਸ਼ੀਸ਼ ਮਿਲ ਸਕੇ। ਜਿਸ ਨੂੰ ਤੁਸੀਂ ਆਸ਼ੀਸ਼ ਦਿਓਗੇ ਉਹ ਆਸ਼ੀਸ਼ਤ ਹੋ ਜਾਏਗਾ। ਕਦੋਂ ਹੋ ਜਾਏਗਾ? ਜੇ ਤੁਸੀਂ ਆਪ ਆਸ਼ੀਸ਼ਤ ਹੋ। ਜਿਹੜੇ ਲੋਕ ਆਪ ਆਸ਼ੀਸ਼ਤ ਨੇ ਉਹ ਜਿਹਨੂੰ ਆਸ਼ੀਸ਼ ਦਿੰਦੇ ਨੇ ਉਹਨੂੰ ਵੀ ਆਸ਼ੀਸ਼ਤ ਕਰ ਦਿੰਦੇ ਨੇ। ਬਾਈਬਲ ਸਾਨੂੰ ਦੱਸਦੀ ਹੈ ਕਿ ਸਰਾਪਿਆ ਹੋਇਆ ਕਦੀ ਕਿਸੇ ਨੂੰ ਆਸ਼ੀਸ਼ ਨਹੀਂ ਦੇ ਸਕਦਾ, ਤੇ ਜਿਹੜਾ ਕੋਈ ਆਸ਼ੀਸ਼ ਪਾਇਆ ਹੋਇਆ ਹੈ ਉਹਨੂੰ ਕੋਈ ਸਰਾਪ ਨਹੀਂ ਦੇ ਸਕਦਾ। ਸੋ ਮੇਰੇ ਅਜ਼ੀਜ਼ੋ, ਪਰਮੇਸ਼ਰ ਨੇ ਤੁਹਾਨੂੰ ਤੇ ਸਾਨੂੰ ਸਵਰਗ ਦੀਆਂ ਆਸ਼ੀਸ਼ਾਂ ਦੇ ਅਧਿਕਾਰੀ ਬਣਾਇਆ ਹੈ, ਤਾਂ ਕਿ ਅਸੀਂ ਜਿਸ ਨੂੰ ਵੀ ਆਸ਼ੀਸ਼ ਦਈਏ ਉਸ ਨੂੰ ਆਸ਼ੀਸ਼ ਪਹੁੰਚ ਸਕੇ। ਧੰਨਵਾਦ ਕਰਦੇ ਹਾਂ ਪਰਮੇਸ਼ਰ ਪਿਤਾ ਦਾ, ਜਿਸ ਨੇ ਆਪਣੇ ਵਚਨਾਂ ਦੇ ਦੁਆਰਾ ਅੱਜ ਸਾਡੇ ਨਾਲ ਤੇ ਤੁਹਾਡੇ ਨਾਲ ਗੱਲ ਕੀਤੀ ਹੈ। ਔਰ ਇਸ ਵਚਨ ਨੂੰ ਤੁਸੀਂ ਜ਼ਰੂਰ ਦੂਜਿਆਂ ਨਾਲ ਸ਼ੇਅਰ ਕਰੋ, ਔਰ ਪਰਮੇਸ਼ਰ ਦਾ ਵਚਨ ਜਿਹੜਾ ਹੈ ਤਾਂ ਕਿ ਹਰ ਇੱਕ ਜਨ ਤੱਕ ਪਹੁੰਚ ਸਕੇ, ਔਰ ਕੋਈ ਵੀ ਵਿਅਕਤੀ ਅੱਜ ਆਪਣੇ ਆਪ ਨੂੰ ਪਰਮੇਸ਼ਰ ਦੀਆਂ ਆਸ਼ੀਸ਼ਾਂ ਤੋਂ ਸਖਣਿਆ ਨਾ ਰੱਖੇ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇਵੇ। ਗॉड ਬਲੈਸ ਯੂ। ਸ਼ਾਲੋਮ।